शर्मा जी, ये ਜਿਹੜੇ ਪਿੰਡਾਂ 'ਚ ਪਹੁੰਚੇ ਹੋ, ਇਹ ਲੋਕਾਂ ਦੀ ਕਾਫੀ ਲੰਬੇ ਸਮੇਂ ਡਿਮਾਂਡ ਹੈ। ਕਹਿੰਦਾ ਕਿ ਸਾਡੇ ਪੁਲ ਤੱਕ नहीं लगे, 70-75 साल हो गए आज़ादी में। ਮੌਜੂਦਾ ਐਮਐਲਏ ਵੀ ਚੇਂਜ ਕਰਤੇ, ਮੰਤਰੀ ਵੀ ਚੇਂਜ ਕਰਤੇ, ਸੋ ਉਹਦੇ ਕਾਰਨ ਮੈਨੂੰ ਵੀ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ। तो मंत्री कांग्रेस से जाने से कोई फर्क पड़ेगा कांग्रेस को, क्या लगता है हमारे लिए तो और ज़्यादा उम्मीदें बढ़ गई हैं, क्योंकि उनको ऐसा लगता है कि उनसे पार्टी थी, जब अब वो अकेले पड़ गए। ताकत होती पार्टी के साथ होगी, ताकत होती तो निर्दलीय आते ना मैदान में, यदि लोग होते तो। क्यों एक ऐसी पार्टी के साथ भिड़ गए जिनका कोई वजूद नहीं है, जिनका एमएलए आपने देखा 5 साल में एक आदमी बता दो कहीं मिला हो तो। ਦੇ ਵਿੱਚ ਇਹਨਾਂ ਲੋਕਾਂ ਤੋਂ ਅਸੀਂ ਪੁੱਛਿਆ, ਹੁਣ ਇੱਥੇ ਜਿਹੜੇ 5 ਪਿੰਡ ਨੇ ਜਿਹੜੇ ਮੰਗਾਂ ਨੇ ਜਿਨ੍ਹਾਂ, ਇਹ ਕਹਿੰਦਾ ਕੋਆਪਰੇਟਿਵ ਬੈਂਕ ਹੈ ਜਿਹੜਾ ਪੜੌਲ ਹੈ ਉਹ ਇੱਥੇ ਆਉਣਾ ਚਾਹੀਦਾ, ਕਿ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ। ਦੂਜਾ ਇਹਨੂੰ ਦੱਸਿਆ ਕਿ ਹਸਪਤਾਲ ਨਹੀਂ ਨਜ਼ਦੀਕ, ਉਹ ਕਹਿੰਦਾ 6 ਫੇਸ ਜਾਣਾ ਪੈਂਦਾ, 16 ਪੀਜੀਆਈ ਦੇ ਕਹਿੰਦਾ ਕਿ ਕੇਸ ਸਾਡੇ ਲੈਣਾ ਬੰਦ ਕਰ ਦਿੱਤੇ ਨੇ, ਕਹਿੰਦਾ ਪੰਜਾਬ 'ਚ ਜਾਓ। ਦੂਜਾ ਉਹਨਾਂ ਨੇ ਕਿਹਾ ਕਿ ਆਈਟੀਆਈ ਕੋਈ ਕਾਲਜ ਹੋ ਜਾਵੇ ਨਜ਼ਦੀਕ, ਕਿਉਂਕਿ ਇਹ ਨਿਊ ਚੰਡੀਗੜ੍ਹ ਦੇ ਵਿੱਚ ਜਿਹਦੇ ਨਾਲ ਕਿ ਸਾਡੇ ਬੱਚੇ ਚੰਡੀਗੜ੍ਹ ਪੜ੍ਹਨ ਜਾਂਦੇ ਨੇ, ਉੱਥੇ ਵੀ ਐਡਮਿਸ਼ਨ ਦੀ ਬੜੀ ਮੁਸ਼ਕਲ ਹੁੰਦੀ ਹੈ। ਇਹ ਵੀ ਕਿਤੇ ਨਾ ਕਿਤੇ ਮੰਗ ਬਹੁਤ ਵੱਡੀ ਹੈ ਇਹਨਾਂ ਦੀ, ਇਹ ਵੀ ਕਿਤੇ ਸਰਕਾਰ ਤੁਹਾਡੀ ਬਣਦੀ ਹੋਏਗੀ ਪੂਰੀ। ਪੰਜਾਬ ਦੇ ਵਿੱਚ 2022 ਦੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਨੇ, ਪਰ ਅੱਜ ਹਲਕਾ ਖੜ ਦੇ ਕਾਂਗਰਸ ਦੇ ਉਮੀਦਵਾਰ ਵਿਜੇ ਸ਼ਰਮਾ ਟਿੰਕੂ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਨੇ ਜਿਹੜੇ ਪਿੰਡ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਵਸੇ ਹੋਏ ਨੇ, ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਨੇ। 70-75 ਸਾਲ ਹੋ ਗਏ ਆਜ਼ਾਦੀ ਨੂੰ, ਪਰ ਅਜੇ ਤੱਕ ਉਹਨਾਂ ਨੂੰ ਸਹੂਲਤਾਂ ਨਹੀਂ ਮਿਲੀਆਂ। ਪਰ ਉਹ ਸਹੂਲਤਾਂ ਕਿੰਨੀਆਂ ਕੁ ਪੂਰੀਆਂ ਕਰਨਗੇ ਵਿਜੇ ਸ਼ਰਮਾ ਟਿੰਕੂ ਐਮਐਲਏ ਬਣਨ ਤੋਂ ਬਾਅਦ, ਸਰਕਾਰ ਤੋਂ ਕਿੰਨੀਆਂ ਕੁ ਪੂਰੀਆਂ ਕਰਾਉਣਗੇ, ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਵਿਜੇ ਸ਼ਰਮਾ ਟਿੰਕੂ ਸਾਡੇ ਨਾਲ ਨੇ। ਸ਼ਰਮਾ ਜੀ, ਇਹ ਜਿਹੜੇ ਪਿੰਡਾਂ 'ਚ ਪਹੁੰਚੇ ਹੋ, ਇਹ ਲੋਕਾਂ ਦੀ ਕਾਫੀ ਲੰਬੇ ਸਮੇਂ ਡਿਮਾਂਡ ਹੈ। ਕਹਿੰਦਾ ਕਿ ਸਾਡੇ ਪੁਲ ਤੱਕ ਨਹੀਂ ਲੱਗੇ, 70-75 ਸਾਲ ਹੋ ਗਏ ਆਜ਼ਾਦੀ ਨੂੰ। ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਦੇ ਮਾਧਿਅਮ ਤੇ ਧੰਨਵਾਦ ਕਰਦਾ, ਤੇ ਨਾਲ ਹੀ ਖਰੜ ਵਿਧਾਨ ਸਭਾ ਹਲਕੇ ਦੇ ਵੋਟਰਸ ਦਾ ਧੰਨਵਾਦ ਕਰਦਾ। ਸੋ ਮੈਂ ਜੋ ਤੁਸੀਂ ਪੁਲਾਂ ਦੀ 70 ਸਾਲ ਦੀ ਗੱਲ ਕਰਦੇ ਆ, ਮੈਂ ਉਹ ਗੱਲਾਂ ਤੋਂ ਹੁਣ ਜੋ ਪਿਛਲੀਆਂ ਹੋਈਆਂ, ਮੈਂ ਤਾਂ ਨਵਾਂ ਪਾਰਟੀ ਦਾ ਸਿਪਾਹੀ ਹਾਂ, ਨਵੀਂ ਡਿਊਟੀ, ਨਵਾਂ ਮੇਰਾ ਕੰਮ। ਮੈਨੂੰ ਤਾਂ ਪਾਰਟੀ ਨੇ ਜਦੋਂ ਪਲਾਨਿੰਗ ਬੋਰਡ ਦਾ ਚੇਅਰਮੈਨ ਲਾਇਆ, ਤੁਸੀਂ ਇਹ ਦੱਸੋ ਵੀ 2 ਸਾਲ ਵਿੱਚ ਸਾਰੇ ਪਿੰਡਾਂ ਨੂੰ ਪੈਸੇ ਆਏ ਆ ਕਿ ਨਹੀਂ ਆਏ। ਸੋ ਇਹ ਤੋਂ ਸਪਸ਼ਟ ਹੁੰਦੀ ਹੈ ਮੇਰੀ ਨੀਤ ਤੇ ਮੇਰਾ ਇਰਾਦਾ। ਉਹੀ ਸਭ ਕੁਝ ਦੇਖਦੇ ਹੋਏ ਮੇਰੀ ਹਾਈ ਕਮਾਂਡ ਨੇ, ਕਾਂਗਰਸ ਹਾਈ ਕਮਾਂਡ ਨੇ ਮੇਰੇ 'ਤੇ ਭਰੋਸਾ ਜਤਾਇਆ। ਉਹਨਾਂ ਨੇ ਜਿਹੜੀਆਂ 5 ਵਾਰ ਸਰਵੇ ਕੀਤੇ ਇਸ ਸੀਟ ਦੇ, ਸਾਰੇ ਪੰਜਾਬ ਦੇ ਕੀਤੇ ਸੀ। ਜਿੱਥੇ ਜਿੱਥੇ ਉਹਨਾਂ ਨੂੰ ਠੀਕ ਨਹੀਂ ਲੱਗਿਆ, ਉਹਨਾਂ ਨੇ ਉੱਥੇ ਉੱਥੇ ਮੌਜੂਦਾ ਐਮਐਲਏ ਵੀ ਚੇਂਜ ਕਰਤੇ, ਮੰਤਰੀ ਵੀ ਚੇਂਜ ਕਰਤੇ। ਸੋ ਉਹਦੇ ਕਾਰਨ ਮੈਨੂੰ ਵੀ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ। ਸੋ ਇੱਕ ਸਮੱਸਿਆ ਨਹੀਂ ਹੈ, ਪੁਲਾਂ ਦੀ ਵੀ ਸਮੱਸਿਆ ਜਿਹੜੀ ਤੁਸੀਂ ਕਹਿੰਦੇ ਆ, ਛੋਟੀਆਂ ਪੁਲੀਆਂ, ਉਹਨਾਂ ਦੀ ਵੀ ਸਮੱਸਿਆ, ਉਹਦੇ ਨਾਲ ਨਾਲ ਐਜੂਕੇਸ਼ਨ ਦੀ ਵੀ ਸਮੱਸਿਆ, ਉਰੇ ਹੈਲਥ ਦੀ ਵੀ ਸਮੱਸਿਆ, ਵਾਟਰ ਸਪਲਾਈ ਸੀਵਰੇਜ ਦੀ ਵੀ ਸਮੱਸਿਆ। ਤੁਹਾਡੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਬੁੱਧੀਜੀਵ ਨੇ, ਇਸ ਇਲਾਕੇ ਦੇ ਸਰਪੰਚ ਸਾਹਿਬਾਨ ਨੇ, ਅਤੇ ਪਿੰਡਾਂ ਦੇ ਪੰਚ ਅਤੇ ਹੋਰ ਜਿਹੜੇ ਲੰਬੜਦਾਰ, ਜਿੰਨੇ ਵੀ ਬੁੱਧੀਜੀਵ ਆਪਾਂ ਕਹਿ ਲਈਏ, ਉਹਨਾਂ ਦੀ ਸਲਾਹ ਦੇ ਨਾਲ ਆਪਾਂ ਕੰਮ ਕਰਾਵਾਂਗੇ ਅਤੇ ਕਰਾਂਗੇ। ਜਦੋਂ ਨਵੇਂ ਤੁਸੀਂ ਕਿਹਾ ਕਿ ਆਏ ਆ ਰਾਜਨੀਤੀ 'ਚ ਉਮੀਦਵਾਰ ਐਲਾਨੇ ਗਏ ਆ, ਇਹ ਜਿਹੜੇ ਲੋਕ ਖੜੇ ਨੇ ਕਰੀਮ ਹੈ ਪੂਰੀ ਇਲਾਕੇ ਦੀ 5 ਪਿੰਡਾਂ ਦੀ, ਇਹਨਾਂ ਨੂੰ ਵੀ ਉਮੀਦਾਂ ਨੇ। ਕਹਿੰਦਾ ਕਿ ਸਾਨੂੰ ਵਿਜੇ ਸ਼ਰਮਾ ਟਿੰਕੂ ਤੋਂ ਉਮੀਦ ਹੈ, ਤਾਂ ਕਰਕੇ ਤੁਹਾਡੇ ਕੋਲ ਮੰਗਾਂ ਲੈ ਕੇ ਆਏ ਨੇ। ਸਭ ਤੋਂ ਪਹਿਲ ਦੀ ਆਧਾਰ 'ਤੇ, ਸਭ ਨਾਲੋਂ ਪਹਿਲ ਦੇ ਆਧਾਰ 'ਤੇ ਤਾਂ ਮੈਂ ਇਹੀ ਕਹਿ ਸਕਦਾ, ਵਿਸ਼ਵਾਸ ਮੇਰੇ 'ਤੇ ਕਰਨ। ਇਹਨਾਂ ਨੇ ਵਿਸ਼ਵਾਸ ਕੀਤਾ। ਮੈਂ ਪਿੰਡਾਂ 'ਚ ਜਾ ਕੇ ਪਿੰਡ ਦੇ ਸਰਪੰਚ ਸਾਹਿਬਾਨ ਤੋਂ, ਵੱਖ-ਵੱਖ ਪਿੰਡਾਂ ਤੋਂ ਮੈਂ ਐਸਟੀਮੇਟ ਲੈ ਕੇ ਉਹਦੇ ਅਗੇਂਸਟ ਸਰਕਾਰ ਤੋਂ ਪੈਸੇ ਲਿਆ ਕੇ ਇਹਨਾਂ ਨੂੰ ਪੈਸੇ ਦਿੱਤੇ ਆ। ਦੂਜਾ ਇਹ ਤੋਂ ਹੋਰ ਦੇਖਣਾ ਤਾਂ ਮੈਂ 1992 ਤੋਂ ਲੈ ਕੇ ਹੁਣ ਤੱਕ ਮਿਊਂਸਪਲ ਕੌਂਸਲ ਮੋਰਿੰਡੇ ਦਾ ਮੈਂਬਰ ਵੀ ਹਾਂ। ਸੋ ਮੈਂ ਇਹ ਵੀ ਨਾਲ ਦਾਅਵਾ ਕਰਦਾ, ਮੇਰੇ ਖਿਆਲ ਪੰਜਾਬ 'ਚ ਕੋਈ ਇਹੋ ਜਿਹਾ ਸ਼ਹਿਰ ਨਹੀਂ ਹੈ ਜਿੱਥੇ ਮਿਊਂਸਪਲ ਕੌਂਸਲ 35 ਸਾਲ ਲਗਾਤਾਰ ਕਾਂਗਰਸ ਦੀ ਹੋਵੇ। ਸੋ ਉਹਦਾ ਹੱਲ ਤੁਹਾਨੂੰ ਪਤਾ, ਜੇ ਉਹ ਮਿਊਂਸਪਲ ਕੌਂਸਲ ਕਾਂਗਰਸ ਦੀ ਆ, 2 ਟਰਮ ਮੈਂ ਪ੍ਰੈਜ਼ੀਡੈਂਟ ਆਪ ਖੁਦ ਰਹਿ ਲਿਆ, ਅਤੇ ਮੁੜ ਕੇ ਵੀ ਜਿਹੜੇ ਹੈ ਕਾਂਗਰਸ ਦੇ ਪ੍ਰੈਜ਼ੀਡੈਂਟ ਬਣਦੇ ਨੇ, ਅਸੀਂ ਆਪ ਬੈਠ ਕੇ ਕਰ ਲੈਂਦੇ ਹਾਂ, ਜਿੱਤਦੇ ਇਲੈਕਸ਼ਨ ਆ ਅਸੀਂ, ਅਤੇ ਉਹ ਤੋਂ ਬਾਅਦ ਵੀ ਹਾਂ ਵੀ ਐਤਕੀ ਤੂੰ ਬਣ ਜਾ। ਸੋ ਕਹਿਣ ਦਾ ਭਾਵ
ਜੇ ਅਸੀਂ ਕੰਮ ਕੀਤੇ ਤਾਂ ਲੋਕ ਸਾਨੂੰ ਪਿਆਰ ਕਰਦੇ ਨੇ। ਸਾਡੇ ਖੂਨ 'ਚ ਸਾਡੇ ਇਰਾਦੇ ਇਹ ਬੜੇ ਮਜ਼ਬੂਤ ਨੇ। ਪਰਮਾਤਮਾ ਦੇ ਹੀ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਮਾਤਾ ਰਾਣੀ ਦੇ ਵੀ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਸਾਨੂੰ ਹਿੰਮਤ, ਬਲ, ਬੁੱਧੀ ਤੇ ਸ਼ਕਤੀ ਬਖਸ਼ੇ ਤੇ ਸਾਡੀ ਸਰਕਾਰ ਬਣੇ। ਇਹ ਸਾਰੇ ਕੰਮ ਕਰਾਉਣ ਦੀ ਜ਼ਰੂਰ 100% ਗਰੰਟੀ ਵੀ ਕਰਦਾ ਮੈਂ ਉਹਨਾਂ ਨੂੰ। ਤਿੰਨ ਚੀਜ਼ਾਂ ਹੋਰ ਵੀ ਤੁਹਾਡੇ ਧਿਆਨ 'ਚ ਲਿਆ ਦਿੰਦੇ ਆ ਕਿ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਤੋਂ ਅਸੀਂ ਪੁੱਛਿਆ, ਹੁਣ ਇੱਥੇ ਜਿਹੜੇ 5 ਪਿੰਡ ਨੇ ਜਿਹੜੇ ਮੰਗਾਂ ਨੇ ਜਿਨ੍ਹਾਂ, ਇਹ ਕਹਿੰਦਾ ਕੋਆਪਰੇਟ ਬੈਂਕ ਹੈ ਜਿਹੜਾ ਪੜੌਲ ਹੈ ਉਹ ਇੱਥੇ ਆਉਣਾ ਚਾਹੀਦਾ ਕਿ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ। ਦੂਜਾ ਇਹਨੂੰ ਦੱਸਿਆ ਕਿ ਹਸਪਤਾਲ ਨਹੀਂ ਨਜ਼ਦੀਕ, ਉਹ ਕਹਿੰਦਾ 6 ਫੇਸ ਜਾਣਾ ਪੈਂਦਾ, 16 PGI ਦੇ ਕਹਿੰਦਾ ਕਿ ਕੇਸ ਸਾਡੇ ਲੈਣਾ ਬੰਦ ਕਰ ਦਿੱਤੇ ਨੇ, ਕਹਿੰਦਾ ਪੰਜਾਬ 'ਚ ਜਾਓ। ਦੂਜਾ ਉਹਨਾਂ ਨੇ ਕਿਹਾ ਕਿ ITI ਕੋਈ ਕਾਲਜ ਹੋ ਜਾਵੇ ਨਜ਼ਦੀਕ, ਕਿਉਂਕਿ ਨਿਊ ਚੰਡੀਗੜ੍ਹ ਦੇ ਵਿੱਚ ਜਿਹਦੇ ਨਾਲ ਕਿ ਸਾਡੇ ਬੱਚੇ ਚੰਡੀਗੜ੍ਹ ਪੜ੍ਹਨ ਜਾਂਦੇ ਨੇ, ਉੱਥੇ ਵੀ ਐਡਮਿਸ਼ਨ ਦੀ ਬੜੀ ਮੁਸ਼ਕਲ ਹੁੰਦੀ ਹੈ। ਇਹ ਵੀ ਕਿਤੇ ਨਾ ਕਿਤੇ ਮੰਗ ਬਹੁਤ ਵੱਡੀ ਹੈ ਇਹਨਾਂ ਦੀ, ਇਹ ਵੀ ਕਿਤੇ ਸਰਕਾਰ ਤੁਹਾਡੀ ਬਣਦੀ ਹੋਏਗੀ ਪੂਰੀ? ਸਰਕਾਰ ਤਾਂ ਸਾਡੀ ਬਣਦੀ ਹੈ, ਕਾਂਗਰਸ ਦੀ ਸਰਕਾਰ ਬਣਨੀ ਹੈ। ਸੋ ਮੈਂ ਇਹ ਵੀ ਇਹਨਾਂ ਨਾਲ ਵਾਅਦਾ ਕਰਦਾ, ਮੈਂ ਤੁਹਾਨੂੰ ਪਹਿਲਾਂ ਵੀ ਇਹੀ ਕਿਹਾ ਵੀ ਬੁੱਧੀਜੀਵ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਨਾਲ ਬੈਠ ਕੇ ਗੱਲ ਕਰਕੇ ਜੋ ਇਲਾਕੇ ਦੇ ਹੱਲ ਕਰਨ ਦੇ ਪਹਿਲ ਦੇ ਆਧਾਰ ਤੇ ਚਾਹੀਦੇ ਹੋਣਗੇ ਆਪਾਂ ਕਰਨ ਦੀ। ਮੈਡਮ ਉਹ ਨੇ ਅਬਜ਼ਰਵਰ ਜਿਹੜੇ ਨੇ ਸਰਵੇ ਕੀਤਾ ਹੈ ਤੇ ਪਤਾ ਕੀਤਾ ਲੋਕਾਂ ਤੋਂ ਕਿ ਕੀ ਚਾਹੁੰਦੇ ਨੇ ਲੋਕ, ਲੋਕਾਂ ਦੇ ਅੰਦਰ ਦੀ ਭਾਵਨਾਵਾਂ ਕੀ ਨੇ। ਕਿਵੇਂ ਦੇਖਦੇ ਹੋ ਕਿ ਪਹਿਲਾ ਮਾਹੌਲ ਜਦੋਂ टिकट अनाउंस हुई है उस तो बाद ये कहता सी कहता कि टिंकू शर्मा को जान? मुझे तो नहीं लगता कि टिंकू शर्मा जी को कोई नहीं जानता, क्योंकि डेट ऑफ नॉमिनेशन के पहले से जब टिकट अलाउंस हुई है 26 तारीख की रात को 11:55 के बाद, मुझे लगता है जितने कॉल टिंकू भैया को आए होंगे उससे ज़्यादा मुझे आए होंगे कि आपने बहुत अच्छा उम्मीदवार कांग्रेस पार्टी के लिए यहाँ कांग्रेस पार्टी ने दिया है। और मैं खुद व्यक्तिगत रूप से 5-6 दिनों से इनके साथ हूँ। और जब गांव में जाते हैं और लोग जो कांग्रेस के वर्कर हैं वो कहते हैं हमें आपके यहाँ एक बहुत वरिष्ठ लोग हैं उनसे मिलवाना है, और जब मिलवाने के लिए घर में अंदर प्रवेश करते हैं तो वो पहले कहते हैं कि ये मेरे रिश्तेदार हैं और इन्होंने हमारे पिंड में ये किटें दी हुई हैं, हमारे यहाँ ये काम किया हुआ है। तो मुझे नहीं लगता कि कोई नया है जिसको लोग नहीं जानते हैं। और जो इस तरीके की अफवाह उड़ा रहे हैं वो शायद भूल गए हैं कि ताकत पार्टी में होती है, कार्यकर्ता में होती है। और मैं यहाँ माजरी गांव में पहले भी आई हूँ और सबकी दुखती हुई रग जो थी, सबने कहा एक उम्मीदवार दे दो हमें जिसके साथ हम सब चल रहे हैं। सूचाराम जी होंगे यहाँ पे कहीं घूम रहे होंगे, उन लोगों से मिले थे हम, तो जो समस्याएं हैं यहाँ की वो भी बहुत अच्छे से जानते हैं। और मुझे सबसे ज्यादा खुशी इस बात की है, मैं आप सबसे बताना चाहूंगी, सूचाराम जी आप भी सुन लीजिए। जिस दिन टिकट मिली और जब हमने कहा कि आप विजय भाई टिकट तो मिल गई, अब हमारे लिए काम क्या है, इन्होंने कहा सबसे बड़ा काम जो मेरे माजरी में है, मैंने खुद घूम के देखा है, वो ये है कि यहाँ की महिलाओं को, जो नई बच्चियां हैं उनको, एक तो अस्पताल की समस्या है, देर रात कहीं आ जाए तो बड़ा मुश्किल होता है। बरसात में 3 महीने हम चंडीगढ़ के नज़दीक हैं लेकिन टापू बन जाता है, हमारे यहाँ कोई रास्ता नहीं है। तो ये बेसिक समस्या यदि टिंकू जी को मालूम है तो मुझे नहीं लगता कि कोई नया व्यक्ति है जिसको टिप्स पे याद है कि कौन से गांव में क्या है। आज कांग्रेस की सरकार बनने जा रही है, हमारे लिए हम इनको ये कह रहे हैं कि मुख्यमंत्री हमारे यहाँ का है, तो जितने करीब ये उनके हैं, तो विधायक के रूप में आप 1 और 1 2 मुख्यमंत्री के साथ काम नहीं करोगे, 1 और 1 11 बन के विकास की बात निकलेगी। लेकिन कहीं हमारा ये माजरी और आसपास के 5 गाँवों के लोग इकट्ठे हुए, आप लोग पीछे मत रह जाना। एक वोट बहुत महत्वपूर्ण है। आदरणीय टिंकू शर्मा जी को विजय बनाना है, नाम में विजयश्री छुपा हुआ है, कहने की बात नहीं है। और मैं एक ही बात कहूँगी कि जगह जगह जहाँ जा रहे हैं, जो प्यार युवाओं में, जो बुजुर्गों में, और इन्होंने कहा जैसे पुराने जो जिन्हें आपके यहाँ कहते हैं टकसाली कांग्रेसी हैं, वो सीना चौड़ा करके आ रहे हैं कि हमारे परिवार के किसी बच्चे को आज टिकट मिली है, हम सारा अपना काम करेंगे। तो बहुत अच्छी हमारी उम्मीद है और हम बिल्कुल सकारात्मक, आप जब चुनाव के रिजल्ट आएंगे तो देखेंगे कि हम बहुत अच्छे से विजयश्री यहाँ से करेंगे। मंत्री कंग से जाने से कोई फर्क पड़ेगा कांग्रेस को, क्या लगता है? मुझे नहीं लगता कोई फर्क पड़ने वाला है। मुझे लगता है हमारे लिए तो और ज़्यादा उम्मीदें बढ़ गई हैं, क्योंकि उनको ऐसा लगता है कि उनसे पार्टी थी, जबकि इतिहास गवा रहा है बड़े बड़े लोग, ये कार्यकर्ता होता है बनाने वाला नेता को, और जब आप पार्टी छोड़ते हो तो ये कार्यकर्ता लावारिस समझता है अपने आप को। लेकिन उन लावारिस कार्यकर्ताओं को एक उम्मीद की किरण विजय शर्मा जी के रूप में मिल गई है, तो सारे लोग इकट्ठे होकर, सारे समाज के लोग इकट्ठे होकर काम कर रहे हैं। अब वो अकेले पड़ गए। ताकत होती, पार्टी साथ हो गई, ताकत होती तो निर्दलीय आते ना मैदान में, यदि लोग होते तो। क्यों एक ऐसी पार्टी के साथ भिड़ गए जिनका कोई वजूद नहीं है, जिनका एमएलए आपने देखा 5 साल में एक आदमी बता दो कहीं मिला हो तो। मैं तो गांव गांव घूम रही हूँ, लोग कह रहे थे हमें बड़ी उम्मीद थी कि हमने एक आदमी को चुना, लेकिन पूरे 5 साल में किसी गाँव में पलट कर नहीं देखा, किसी के दुख दर्द में कभी नहीं देखा। तो वो सब जानते हैं
और इनको भी सब जानते हैं, इसलिए मुझे नहीं लगता उनके जाने से कोई फर्क हमारी पार्टी को पड़ने वाला है। ਠੀਕ ਹੈ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵਿਜੇ ਸ਼ਰਮਾ ਟਿੰਕੂ ਤੇ ਨਾਲ ਮੈਡਮ ਆਬਜ਼ਰਵਰ ਜਿਹੜੇ ਲਾਏ ਹੋਏ ਨੇ ਕਾਂਗਰਸ ਪਾਰਟੀ ਵੱਲੋਂ, ਤਾਂ ਉਹ ਪਹੁੰਚੇ ਨੇ 5 ਪਿੰਡਾਂ ਦੀ ਸਮੱਸਿਆ ਸੁਣੀਆਂ ਨੇ। ਇਹਨਾਂ ਨੇ ਵਾਅਦਾ ਕੀਤਾ ਹੈ ਕਿ ਕਾਂਗਰਸ ਸਰਕਾਰ ਆਏ ਤੋਂ ਪੰਜਾਬ ਦੇ ਵਿੱਚ ਤੇ ਨਾਲ ਦੀ ਨਾਲ ਵਿਜੇ ਸ਼ਰਮਾ ਟਿੰਕੂ ਬਣਨ ਤੋਂ ਬਾਅਦ ਜੋ ਬੇਸਿਕ ਸਮੱਸਿਆ ਨੇ, ਪੁਲ ਲੱਗਣ ਦੀ ਸਮੱਸਿਆ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਹੈ, ਹਸਪਤਾਲ ਦੀ ਮੰਗ ਹੈ, ਐਜੂਕੇਸ਼ਨ ਨੂੰ ਲੈ ਕੇ ਕਾਲਜ ਦੀ ਮੰਗ ਹੈ ਤੇ ਨਾਲ ਦੀ ਨਾਲ ਇਹਨਾਂ ਕੋਆਪਰੇਟਿਵ ਬੈਂਕ ਦੀ ਮੰਗ ਹੈ ਕਿ ਉਹ ਵੀ ਆਉਣਾ ਚਾਹੀਦਾ। ਤਾਂ ਇਹਨਾਂ ਲੋਕਾਂ ਨੇ ਕਾਫੀ ਦੇਰ ਤੋਂ ਮੰਗਾਂ ਚੁੱਕੀਆਂ ਸੀ ਪਰ ਅਜੇ ਤੱਕ ਪੂਰੀਆਂ ਨਹੀਂ ਹੋਈਆਂ। ਪਰ 2022 'ਚ ਦੇਖਦੇ ਹਾਂ ਕਿ ਜੇ ਕਾਂਗਰਸ ਸਰਕਾਰ ਬਣਦੀ ਹੈ, ਵਿਜੇ ਸ਼ਰਮਾ ਟਿੰਕੂ ਇੱਥੋਂ ਜਿੱਤ ਕੇ ਐਮਐਲਏ ਬਣਦੇ ਨੇ, ਤਾਂ ਕਿੰਨੀਆਂ ਕੁ ਜਿਹੜੀਆਂ ਇੱਥੋਂ ਦੀ ਸਮੱਸਿਆ ਪੂਰੀਆਂ ਹੁੰਦੀਆਂ ਨੇ। ਤੁਹਾਡੇ ਨਾਲ ਕੈਮਰਾਮੈਨ ਰਮਨ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼।